संगत जी, वाहिगुरु जी का खालसा, वाहिगुरु जी की फतेह। वेलकम टू सिख फाउंडेशन ऑफ वर्जीनिया संडे दीवान। साध संगत जी, हमेशा की तरह जो साडा एतवार का दीवान है वो आसा जी की वार नाल शुरू होगा और उस तो बाद शब्द कीर्तन और अज रणधीर सिंह जी 10 मिनट संगतां नाल अपने विचार साझे करनगे ਅਤੇ उस तो बाद फिर आनंद साहिब अरदास और हुक्मनामा होगा। हुण मैं भाई साहब जी को बेनती करांगा कि वो अज के दीवान की शुरुआत करन। वाहिगुरू जी का खालसा, वाहिगुरू जी की फतेह। आनंद गुणी निधान गुरु करी गुण बाज करी गुण बाज करी गुण बाज। मेरी खलो गुर सिख हडांदे, गुर सिख हडांदे। मेरी खलो मोजड़े गुर सिख हडांदे।
ਨਕ ਕੰਨ ਹੱਥ ਦੇ ਭਾਰ ਉਚਾਂਦੇ ਦੇ ਭਾਰ ਉਚਾਂਦੇ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਗੁਰ ਸਿੱਖ ਬਣਾਏ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਸਭ ਚੈਨ ਛੱਡ ਪੂਜਿਅਣ ਕੌਣ ਕਰਮ ਕਮਾਂਦੇ ਸਭ ਚੈਨ ਛੱਡ ਪੂਜਿਅਣ ਕੌਣ ਕਰਮ ਕਮਾਂਦੇ ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਨਿਤ ਚਲ ਚਲ ਜਾਂਦੇ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮਸਤਕ ਲਗੇ ਸਾਜਨੇ ਮਸਤਕ ਲਗੇ ਸਾਜਨੇ ਵਡ ਭਾਗ ਜਿਨਾ ਦੇ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਵਰਤਾਨ ਪਰ ਉਪਕਾਰ ਨੋ ਕਰ ਪਾਰ ਪਸਾਂਦੇ ਵਰਤਾਨ ਪਰ ਉਪਕਾਰ ਨੋ ਕਰ ਪਾਰ ਵਸਾਂਦੇ ਕਰ ਪਾਰ ਵਸਾਂਦੇ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮਸਤਕ ਲਗੇ ਸਾਜਨੇ ਮਸਤਕ ਲਗੇ ਸਾਜਨੇ ਵਡ ਭਾਗ ਜਿਨਾ ਦੇ ਮੇਰੀ ਅੱਲੋ ਮੋਜੜੇ ਗੁਰ ਸਿੱਖ ਬਣਾਏ ਮੇਰੀ
ਨਾਨਕ ਕਾਰਨਾ ਪਤਨੀ ਜਾਏ ਕੀਤਾ ਖੜਾ ਸਭ ਜਾਏ ਮਹਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਘਰ ਵਿਚਵਾਸ। ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ਼। ਇਕ ਨਾ ਪਹਾੜੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ। ਇਹ ਭਿਆਖਣ ਜਾਪੇ ਦੇ ਸਿਆਣਾ ਰਾਸ। ਨਾਨਕ ਗੁਰੂ ਜਾਣੀ ਹੈ ਜਪ ਆਪ ਕਰੇ ਪਰ ਗਾਸ ਮੋੜੀ ਲਾਤੀ ਹੋਏ ਪੈ। ਲਿਖਣਾ ਮੈਂ ਧਰਮ ਬਹਾਲਿਆ ਕਿਸ ਚੀਜ਼ ਕਰੇ। ਸੁਨਮਤ ਕੜੇ ਘਟ ਵਾਲਿਆ ਤਪਨ ਹੋਇਆ। ਮੋਕਾ ਲੈ ਦੋਜ ਚੱਲ ਤੇਰੇ ਨਰ ਤੇ ਸੋਏ। ਆਗੇ ਸੇ ਧਕੜ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਹਮ ਮੂਰਖ ਮੁਕਤ ਸਲਾਮਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰਪੂਰ ਹਰ ਪਾਏ ਯਾਰ। ਇੱਕ ਮੰਗਾ ਮੇਰਾ ਮਨ ਨਾਮ ਸ਼ਬਦ ਵਿਦਾਸਿਆ। ਜਪ ਅਨੰਦ ਕਰੰਗਾ ਅਨੰਦ ਕਰੰਗਾ। ਸੰਤ ਜਨਾ ਹਰ ਮਾਇਆ ਨਾਨਕ ਸਤ ਸ਼ਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ। ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਗ। ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ। ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ। ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਵਿਸਮਾਦ ਕੋ। ਵਿਸਮਾਦ ਸਿੰਧ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਰਾਹ। ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾਜੂ। ਵੇਖ ਵਿਡਾਣ ਰਿਹਾ ਵਿਸਮਾਦ। ਨਾਨਕ ਕੋਈ ਪੁੱਛੇ ਪੂਰੇ ਭਾਗ ਮਹਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਬਹੁ ਸੁਸਾਰ। ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਬ ਆਕਾਰ। ਕੁਦਰਤ ਵੇਦ ਪ੍ਰਣਤ ਤੇ ਬਾ ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਕੁਦਰਤ ਜਾਤੇ ਜਿਨ ਸੇ ਰੰਗੇ ਕੁਦਰਤ ਜੀ ਜਹਾਨ। ਕੁਦਰਤ ਨੇਕੀਆਂ ਕੁਦਰਤ ਬਦਿਆਂ ਕੁਦਰਤ ਮਾਰੋ ਮਾਰ। ਕੁਦਰਤ ਪੌੜ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਪੀ ਨਾਹੀ ਪਾਕ। ਨਾਨਕ ਹੁਕਮੈ ਦਰ ਵੇਖੈ ਵਰਤਤਾ ਗੁਰੂ ਦਾ ਕੋੜੀ ਆਪਿਨ ਭੂਖ ਪੈ। ਹੋਰ ਸਦਾਇਆ ਬਟਾ ਹੋਆ ਦੁਨੀਆ। ਦਰਸਨ ਹੱਥ ਚਲਾਇਆ ਕਿਤਨ ਕੀ ਮਾਜੀਏ। ਮੇਰੇ ਦਾ ਕਰ ਸਮਝਾਇਆ ਨਾਮ ਹੋਣੀ ਹੋਣੀ। ਉਸਨੇ ਜਾਨ ਆਇਆ ਮਨ ਅੰਦਰ ਜਨਮ ਆਇਆ ਜਨਮ ਆਇਆ। ਦੀਨ ਦਇਆਲ ਸੁਣ ਬੇਨਤੀ। ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਓ ਮਾਨੋ ਸ਼ਰਨ ਹਰ ਨਾਮ ਕੀ। ਹਰ ਹਰ ਗੁਰੂ ਪਾਇਆ। ਭਗਤ ਮਨ ਛਲ ਹਰ ਬਿਰਦੈ। ਹਰ ਰਾਜ ਰਖਾਇਆ। ਜਨ ਨਾਨਕ ਸ਼ਰਨਾਗਤੀ। ਹਰ ਨਾਮ ਧਰਾਇਆ ਨਾਮ ਧਰਾਇਆ। ਸ਼ਲੋਕ ਮਹਲਾ ਪਹਿਲਾ। ਵੈ ਵਿੱਚ ਕੌਣ ਵੈ ਸਦਵਾਉ ਵੈ ਵਿੱਚ ਅਲਗ ਅਲਗ ਦਰਿਆਉ। ਵੈ ਵਿੱਚ ਅਗਨ ਕੱਢੇ ਵੇਗਾਰ ਵੈ ਵਿੱਚ ਧਰਤੀ ਦਬੀ ਭਾਰ। ਵੈ ਵਿੱਚ ਇੰਦ ਫਿਰੈ ਸਿਰ ਬਾਹਰ ਵੈ ਵਿੱਚ ਰਾਜਾ ਧਰਮ ਦੁਆਰ। ਵੈ ਵਿੱਚ ਸੂਰਜ ਵੈ ਵਿੱਚ ਚੰਦ ਕੋ ਕਰੋੜੀ ਚਲਤਰਾਂਤ। ਵੈ ਵਿੱਚ ਸਿੱਧ ਬੁੱਧ ਸੁਰਨਾਥ ਵੈ ਵਿੱਚ ਅਡਾਣੇ ਆਕਾਸ਼। ਵੈ ਵਿੱਚ ਜੋਤ ਮਹਾਬਲ ਸੂਰ ਵੈ ਵਿੱਚ ਆਵੇ ਜਾਵੇ ਪੂਰ। ਸਗਲ
ਭਲਿਆ ਕੋ ਲਿਖਿਆ ਸਿਲੇ ਨਾਨਕ ਲਿਖੋ ਨਿਰੰਕਾਰ ਸੱਚੇ ਮਹਲਾ ਪਹਿਲਾ। ਨਾਨਕ ਕਿਰਪਾ ਨਿਰੰਕਾਰ ਹੋਰ ਕੀਤੇ ਰਾਮ ਰਵਾਰ ਕੀਤਿਆਂ ਕਨ ਕਹਾਣੀਆਂ ਕੀਤੇ ਵਿਦ ਵਿਚਾਰ ਕੀਤੇ ਨਚੈ ਮੰਗਤੇ ਦਿਵੜ ਪੂਰੇ ਤਾਰ ਬਾਜ਼ਾਰੀ ਬਾਜ਼ਾਰ ਮੈਂ ਆਇ ਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਪਤਾਲ ਲਟਕਿਆ ਕੇ ਮੁੰਦੜੇ ਲਟਕਿਆ ਕੇ ਹਾਰ ਜਿਤਨ ਪਾਈਏ ਨਾਨਕਾ ਸਿਦਰ ਹੋ ਬਸ਼ਾਰ ਗਿਆਨ ਨਾ ਗਲੀ ਢੂੰਡੀਐ ਕਥਨਾ ਕਰੜਾ ਸਾਰ ਰਮ ਲੈ ਤਾ ਪਾਈਐ ਹੋਰ ਹਕਮਤ ਹੁਕਮ ਖੁਆਰ ਕੋੜੀ ਨਦ ਕਰੇ ਆਪਣੀ ਤਾਨਦਰੀ ਸਤਿਗੁਰ ਪਾਏ ਜੁਗਤ ਜਮ ਰਮਿਆ ਕਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਪੜਦਾ ਤਕਨੀ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮੇਰੇ ਸੱਚ ਹੋਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ। ਪੌੜੀ ਨਦਰ ਕਰ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਉ ਬੋਧੇ ਜਨਮ ਭਰਮਿਆ ਤਾਂ ਸਭੂ ਸਭ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਓ ਲੋਕ ਸਵਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਚੋ ਆਪ ਗਵਾਇਆ ਜਿਨ ਸਤੋ ਸਤ ਬੁਝਾਇਆ ਜਿਨ ਸਚੋ ਸਚ ਬੁਝਾਇਆ। ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ 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 ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ 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 ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ। ਸਭ ਧਿਆਵੈ ਤੁਧ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਤੂੰ ਸਤ ਸਤ ਪੂਰਨ ਨਿਰੰਜਨਾ ਸਭ ਧਿਆਵੈ ਤੁਧ ਮੇਰੇ ਪ੍ਰੀਤਮਾ
ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਲ ਨਾਨਕ ਮੁਰਸੇ ਗਿਆਨ ਵੀ ਹੁਣੀ ਵਾਜਲ ਨਚਰ ਗੁਰ ਪਹਿਲਾ ਫਿਰ ਸਿਰ ਉਡਰਾਵਾ ਝਾਟੇ ਪਾਏ ਵਿਖੇ ਲੁਕ ਸਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਪਛਾੜੇ ਧਰਤੀ ਨਾਲ ਗਾਮ ਗੋਪੀਆਂ ਗਮ ਕਾਨ ਗਾਮ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਤਾ ਕੀ ਅਸਲ ਜਹਾਨ ਸੇਵਕ ਸੇਵੈ ਕਰਮ ਚੜਾਓ ਬਿਨੀ ਰੰਜਣਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਮੰਗਾਏ ਪਾਰ ਨਦਰੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਲਾਟੂ ਮਾਧਾਣੀ ਅਣਗਾ ਪੰਖੀ ਧੋਂਦੇ ਲੈ ਨਸਾ ਸੁਐ ਚੜ ਪੁਹਾਏ ਜੰਤ ਨਾਲ ਖੁੰਦਿਆ ਗੜਤਨਾਤ ਬੰਦਰ ਬੰਦ ਪੁਹਾਏ ਸੋਏ ਪੈਕਟ ਨਚ ਸੰਕੋਏ ਨਚ ਨਚ ਹਸੈ ਤੇਰੇ ਸਰੂਪ ਨਾ ਜਾਏ ਸਿਧ ਨਾ ਹੋਏ ਨਚਨ ਕੁਤਨ ਮਨ ਕਾ ਚਾਓ ਨਾਨਕ ਜਿਨ ਮਨ ਭਉ ਤੇ ਨਾ ਮਨ ਭਉ ਕੋੜੀ ਨਾ ਉਤਰਨ ਤਾਰ ਨਾ ਲੈ ਨਚ ਨਾ ਜਾਈਏ ਜੋ ਪ੍ਰਸਿੱਧ ਸਦਾ ਲੇਖਾ ਜੈ ਆਪ ਗਵਾਈਏ ਜਰੂਰ ਜਗਾਇਆ ਪਰ ਪੁਨੋ ਨਿਸ ਸਹਾਈਏ ਨਿਰਵਾਣਾ ਕਰਨੇ ਜਰਵੇ ਸਰੇ ਆਈਏ ਉਹ ਰਹਿਣਾ ਹਰਿਏ ਪਾਈਏ ਪੂਰੇ ਨਾ ਪ੍ਰਿਯ ਪਾਈਏ ਪੰਥ ਦਸਾਰੇ ਬੰਦੇ ਸੇਵੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਮ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਗਰਵਾਸ ਬਹਿਕਾਰ ਜੋਗੀ ਸੁਨ ਧਿਆਨ ਜੇ ਤਿਲਕ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ ਮਨ ਸੰਤ ਬੁਝੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆਰਾ ਖਰਾਬਾ ਵੇਕਾਰ ਇੱਕ ਹੁੰਦਾ ਖਾ ਚੜਾ ਤਾਉ ਦਿਨਾਂ ਦੀ ਕਾਇ ਕਾਰ ਜਲ ਥਲ ਪੀਆਂ ਪੂਰਿਆ ਨੂੰ ਆਕਾਰ ਆਕਾਰ ਉਹ ਜੇ ਆਖੇ ਸੋਖ ਮੈਂ ਜਾਣ ਦਿਨਾਂ ਵੀ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਣ ਸਤਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਮਿੱਟੀ ਮੁਸਲਮਾਨ ਕੀ ਪੇੜੇ ਤੇ ਘੁਮਿਆ ਘੜ ਪਾਂਡੇ ਟਾਕੀਆਂ ਜੰਦੀ ਕਰ ਪੁਕਾਰ ਜਲ ਜਲ ਰੋਵੇ ਬਪੜੇ ਛੜ ਪਵੈ ਗਿਆਰ ਨਾਨਕ ਜਿਨ ਤਰਤੇ ਕਾਰਨ ਕੀਆ ਸੋ ਜਾਣੈ ਕਰ ਤਾਰ ਕੋੜ ਵੀ ਸਤਿਗੁਰ ਕਿਨੇ ਨਾ ਪਾਇਓ ਵੇ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਜਲਦੀ ਮਨ
ਪਹਿਲਾ ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਮੂਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖੱਟਿਆ, ਹੋ ਵਿੱਚ ਗਿਆ, ਹੋ ਵਿੱਚ ਸੱਚਿਆਰ ਕੁੜਿਆਰ, ਹੋ ਵਿੱਚ ਪਾਪਨ ਵਿਚਾਰ, ਹੋ ਵਿੱਚ ਨਰਕ ਅਵਤਾਰ, ਹੋ ਵਿੱਚ ਹੱਸੈ, ਹੋ ਵਿੱਚ ਰੋਵੈ, ਹੋ ਵਿੱਚ ਭਰਿਆ, ਹੋ ਵਿੱਚ ਧੋਵੈ, ਹੋ ਵਿੱਚ ਜਾਤੀ ਜਿਸੀ ਕੋਵੈ, ਹੋ ਵਿੱਚ ਮੂਰਖ, ਹੋ ਵਿੱਚ ਸਿਆਣਾ, ਮੋਹ ਮੁਕਤੀ ਸਾਣ ਜਾਣਾ, ਹੋ ਵਿੱਚ ਮਾਇਆ, ਹੋ ਵਿੱਚ ਛਾਇਆ, ਹੋ ਮੈਂ ਕਰ ਕਰ ਜੰਤ ਪਾਇਆ, ਹੋ ਮੈਂ ਬੁਝੈ ਤਾਂ ਦਰ ਸੁਝੈ, ਗਿਆਨ ਮੈਂ ਹੋਣਾ ਕਰ ਕਦ ਲੁਝੈ, ਨਾਨਕ ਲਿਖੇ ਲੇਖ, ਜੇ ਹਰਿ ਕਹੈ ਤੇ ਆਵੇ ਮਹਲਾ ਦੂਜਾ। ਹੋ ਮੈਂ ਇਹ ਜਾਤ ਹੈ, ਹੋ ਮੈਂ ਕਰਮ ਕਮਾਏ, ਹੋ ਮੈਂ ਇਹ ਬੰਦਨਾ ਫਿਰ ਢੋਣੀ ਪਾਏ, ਹੋ ਮੈਂ ਕਿਥੋਂ ਉਪਜੈ ਕਿਸ ਨਿਮਹਿ ਜਾਏ, ਹੋ ਮੈਂ ਇਹ ਹੁਕਮ ਹੈ ਪੈ ਕਿਤ ਫਿਰਾਏ, ਹੋ ਮੈਂ ਦੀਪ ਰੋਗ ਹੈ ਦਾਰੂ ਵੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਪ੍ਰਕਾਸ਼ ਕਮਾਏ, ਨਾਨਕ ਕੈ ਸੁਨੋ ਜਣੋ ਇਤ ਸੰਜਮ ਦੁਖ ਜਾਏ, ਕੋੜੀ ਸੇ ਬੁੱਧੀ ਸੁਣੀ ਜਿਨ ਸਚੋ ਸਚ ਤੇ ਆਇਆ ਉਹਨੇ ਮੰਤਰ ਪੈਣਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਕੋੜੇ ਮੰਗਣਾ, ਅਨ ਪਾਣੀ ਥੋੜਾ ਖਾਇਆ ਕੋਸ਼ਿਸ਼ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ, ਵੱਡਾ ਪਾਇਆ ਵਡਿਆਈ ਵੱਡਾ ਪਾਇਆ, ਗੁਰ ਅੰਮ੍ਰਿਤ ਪਿੰਨੀ ਦੇ ਹੋਰੀ, ਅੰਮ੍ਰਿਤ ਕੇ ਨਾਮ ਰਾਜੇ, ਜਿਨਾ ਕੁਰਬਾਨੀ ਮਨ ਪਾਈਆ, ਅੰਮ੍ਰਿਤ ਛਕ ਛਕੇ ਗੁਰ ਤੁਮੇ ਪ੍ਰਾਨ ਪਾਇਆ, ਝੂਠੇ ਧਰਮ ਹੋਇਆ, ਨਾਨਕ ਹਰਿ ਕੇ ਹਰਿ ਕੇ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾ ਮੇਘਾ ਖੇਦਾ, ਦੀਪਾ ਲੋਵਾ ਮੰਡਲਾ ਖੰਡਾ ਵਰਪੰਡਾ, ਅੰਡਾ ਜੇਰਾ ਯੋਧਪੁਰਾ ਖਾਣੀ ਸੇ ਤਜਾ, ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤੁ ਪਾਇ ਕੇ ਸੰਭਾਲੇ ਸਰਨਾ, ਜਿਨ ਕਰਤੇ ਕਰਨਾ ਕਿਆ ਚਿੰਤਾ ਵੀ ਕਰਨੀਤਾ, ਸੋ ਕਰਤਾ ਚਿੰਤਾ ਕਰੀ ਜਿਨ ਪਾਇਆ ਜਗ, ਤਿਸ ਜੁਹਾਰੀ ਸਵਾਸਤ ਤਿਸ ਤਿਸ ਦੀਵਾਨ ਭਗ, ਨਾਨਕ ਸੱਚੇ ਨਾਮ ਬਿਨ ਯਾਤਿਕਾ ਜਾਤਾ ਗੁਨਾ ਪਹਿਲਾ। ਲਖਨਿਕੀਆਂ ਚੰਗਿਆਈਆਂ ਲਖੁਨਾ ਪ੍ਰਵਾਨ, ਲਖਤ ਉਪਰ ਤੀਰਥਾ ਸਹਿਜੋ ਬੇਵਾਨ, ਲਖ ਸੁਰਤ ਸੰਗਰਾਰਨ ਮੈਂ ਛੁਟੈ ਪ੍ਰਾਣ, ਲਖ ਸੁਰਤੀ ਲਗਿਆ ਧਨ ਪੜਿਆ ਪਾਠ ਪੁਰਾਣ, ਜਿਨ ਕਰਤੇ ਕਰਣਾ ਕੀਆ ਲਿਖਿਆ ਬਣ ਜਾਨ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾਨ, ਕੋਈ ਸੱਚਾ ਸਭੇ ਜਿਨ ਸੱਚੋ ਸੱਚ ਵਰਤਾਇਆ, ਜਿਸ ਨੂੰ ਦੱਸੀ ਨਹੀਂ ਸੱਚ ਆਖ ਨਹੀਂ, ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ, ਕਹੇ ਹਿਰਦੈ ਸੱਚ ਵਸਾਇਆ, ਮੁਖ ਸੱਚ ਰਖਾਈ, ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆ ਪਾਵੇ ਆਇਆ, ਆਏ ਆਇਆ ਦੁਨੀਆ ਕਾਇ ਆਇਆ। ਪੌੜੀ ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੁਰ ਦੇਹ ਤਿਸ ਮਿਲੇ ਸੱਚ, ਤਤ ਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਾ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਤੂੰ ਸਮਰੱਥ ਵੱਡਾ ਮੇਰੀ ਮਤ
मत थोरी राम, तू सम्राट बड़ा, मेरी मत थोरी राम, मेरी मत थोरी राम, मेरी मत थोरी राम, मेरी मत थोरी राम, तू सम्राट बड़ा, मेरी मत थोरी राम, तू सम्राट बड़ा,
ਪੜਿਆ ਬਹੁ ਤੀਰ ਭਵਿਆ ਤੇ ਤੁਲਵਿਆ ਬਹੁ ਭੇਟਿਆ ਤੇ ਦੁਖਿਆ ਸੋ ਵੈਜੀ ਆਪਣਾ ਕੀਆ ਅਨ ਨਾ ਖਾਇਆ ਸਾਥ ਆਇਆ ਬੁੱਧ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੈ ਨਿਸ ਕਹਿਰੈ ਮੋਰ ਗੁਰਤਾ ਕਿਉ ਜਾ ਕੇ ਗੁਰੂ ਨੇ ਸੂਤਾ ਪਗ ਪੇਤਾਣਾ ਆਪਣਾ ਕੀਆ ਕਮਾਣਾ ਮਨ ਖਾਏ ਸਰਸ਼ਾਈ ਪਾਏ ਮੂਰਖਨ ਦੇ ਪਤ ਗਵਾਏ ਮਿਲਣਾ ਵੈ ਕਿਸ ਥਾਇ ਨ ਪਾਈ ਰਹਿ ਬਿਮਾਰੀ ਮਣੀ ਮਸਾਣੀ ਅੰਦਰਾ ਜਾਣਾ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਪਾਏ ਹਤਾ ਨ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਦੇ ਸਿੱਤੇ ਨੇ ਕੇਵਲ ਉਹ ਮੈਂ ਸ਼ਬਦ ਜਲਾਏ ਕੋੜੀ ਬਹੁਤ ਤੇਰੇ ਮਨ ਪਾਉਂਦੇ ਕਰ ਸੁਹਾਨ ਕੀਰਤ ਗਾਉਂਦੇ ਨਾਨਕ ਆਏ ਦਰ ਕੋ ਲੈ ਗੀਤ ਗਾਉਂਦੇ ਉਹਨਾਂ ਆਪਣਾ ਮੜੋਲਾ ਆਪਣਾ ਦੇ ਕਾਢੀ ਕਾਢੀ ਜਾ ਉਹ ਤਮ ਜਾਤ ਸੁਣਾਏ ਦਿਲ ਮਨ ਰਾਜੇ ਦਿਲ ਆਏ ਦਿਲ ਆਏ ਸਤ ਸਾਹੋ ਹਮਾਰਾ ਤੂੰ ਧਾਰੀ ਭੰਡਾਰਾ ਰਾਮ ਰਾਜੇ ਸਮਾਨ ਤੂੰ ਸਾਜਿਆ ਹਰਧਾਰਾ ਹਰਧਾਰਾ ਜੋ ਭਵ ਭਾਂਡੇ ਵਿੱਚ ਵਸਤ ਸਾਮਿਤ ਲੈ ਕਿਆ ਕੋਈ ਕਰ ਵਿਚਾਰਾ ਜਨਾਨਕ ਕੋ ਹਰ ਬਖਸ਼ਿਆ ਹਰ ਭਗਤ ਭੰਡਾਰਾ ਭਗਤ ਭੰਡਾਰਾ ਭੰਡਾਰਾ ਸ਼ਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸਮਨਾ ਕੂੜ ਰੂਪਾ ਕੂੜ ਪਹਿਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖਪੋਕਾਰ ਕੂੜ ਕਰੂੜਾ ਕੂੜ ਲੰਗਾ ਮਿਸਰਾ ਕਰਤਾ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣਹਾਰ ਕੂੜ ਮਿੱਠਾ ਕੁਰਮਾ ਕਿਉ ਕੂੜ ਰੂਵੇ ਕੂੜ ਨਾਨਕ ਖਾਣ ਬੇਨਤੀ ਅਦਵਾਜ ਕੂੜ ਮਨ ਪਹਿਲਾ ਸਤਾ ਪਰ ਜਾਣੀਐ ਜੜ ਦੇ ਸੱਚਾ ਹੋਏ ਕੂੜ ਕੀ ਮੰਤਰੈ ਤਰ ਤਰੈ ਅੱਛਾ ਹੋਏ ਸਤਾ ਪਰ ਜਾਣੀਐ ਜਾਂ ਸਤਰੇ ਪਿਆਰ ਨਾਉ ਸੁਮਨ ਰਹਿਸੀਐ ਤਾ ਪਾਏ ਮੁਕਤ ਵਾਰ ਸਤਾ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧ ਕੈ ਦੇ ਕਰਤਾ ਵੀਓ ਸਤਾ ਪਰ ਜਾਣੀਐ ਜਾਂ ਸਿੱਖ ਸੱਚੀ ਲੈ ਦਿਆ ਜਾਣੈ ਜੀ ਕੀ ਕੁਛ ਪ੍ਰਦਾਨ ਕਰੇ ਸਤਾ ਪਰ ਜਾਣੀਐ ਜਾਂ ਤੁਮ ਕਿਤ ਕਰ ਨਿਵਾਸ ਸਤਿਗੁਰੂ ਪੁੱਛ ਕੇ ਬਹਿਰੇ ਕਰ ਨਿਵਾਸ ਸਸਨਾ ਹੋਇ ਦਾਰੂ ਪਾਕੜ ਧੋਇ ਨਾਨਕ ਖਣ ਬੇਨਤੀ ਜਿਨ ਸਚ ਪਲ ਲੈ ਹੋਇ ਕੋਈ ਨਾ ਨਾ ਕਰਿਕਾ ਜੇ ਮਿਲੇ ਤਾਂ ਮਸਤਕ ਲਾਈਏ ਗੁਣਾ ਚਾਹੀਏ ਹੋਇ ਮਨ ਆਏ ਜੇ ਮੇਰੀ
राजा मेहता पूर्व सिंगार कामेव सब पुछिए बह कर विचार अंधेरेत ज्ञान विहोणे पाए ब्रह्मदार ज्ञानी नचे बाजे बाबा रूप रसिकार ऊंचे पूते बाधा गावे जुदा का विचार मूर पंडित हिकमत हुंजत संजय कृपया धर्मी धर्म करे गवावे मंगे मुक्त द्वार जति सुधावे चुप न जाने छड़ भय दरबार सबको पूरा पे होवे घटना कोई आखे पत्रवाणा पीछे पाइए नाम को ले जा पे महला पहला बदी सो जगनाम का सच्चा विच सोए सबने छाला मारिया करता करे सो होए अगे जात न जोड़ है के जियो नवे जिनकी लेके पत्व में चंगे से ही के कोड़ी तुरकार मुझना पाए ताकनी खसम दे आया
प्यारे साध संगत जी, वाहिगुरु जी का खालसा वाहिगुरु जी की फतेह। साध संगत जी, कुछ हफ्ते पहला तुसी सरदार रणधीर सिंह जी चटवाल होना ने ਆਪਾਂ ਸਭ ਨੂੰ ਆਪਣੀ ਜੋ ਸਰਬੱਤ ਦੇ ਭਲੇ ਦੀ ਅਰਦਾਸ ਹੈ ਉਸ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਸਨ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਦੁਬਾਰਾ ਸੰਗਤਾਂ ਨੂੰ ਸੰਬੋਧਨ ਕਰਨ ਇਸ ਸਬਜੈਕਟ ਤੇ ਜਾਂ ਕੋਈ ਹੋਰ ਆਪਣੇ ਵਿਸ਼ਾ ਲੈ ਕੇ। ਸੋ ਹੁਣ ਰਣਧੀਰ ਸਿੰਘ ਜੀ ਅਗਲੇ 8-10 ਮਿੰਟ ਲਈ ਤੁਹਾਨੂੰ ਆਪਣੇ ਵਿਚਾਰ ਰੱਖਣਗੇ ਤੇ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਜੀ ਨਾਮ ਸਾਹਿਬ ਦਾ ਪਾਠ ਆਪਣਾ ਸ਼ਬਦ ਕੀਰਤਨ ਕਰਨਗੇ ਅਤੇ ਫਿਰ ਅਰਦਾਸ ਅਤੇ ਹੁਕਮਨਾਮਾ ਲੈਣਗੇ ਅਤੇ ਅਖੀਰ ਵਿੱਚ ਮੈਂ ਜੋ ਸਾਡੇ ਆਉਂਦੇ ਗੁਰਪੁਰਬ ਨੇ ਉਹਨਾਂ ਬਾਰੇ ਕੁਝ ਇਨਫੋਰਮੇਸ਼ਨ ਸੰਗਤਾਂ ਨੂੰ ਦੇਵਾਂਗਾ। ਤੇ ਹੁਣ ਸਰਦਾਰ ਰਣਧੀਰ ਸਿੰਘ ਜੀ ਚਟਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुरु प्यारे साजे मांझे साध संगत जी, आओ गुरुओं की बख्शी हुई फतेह प्रवान करो। वाहिगुरु जी का खालसा वाहिगुरु जी की फतेह। जिस तरह साढ़े चेयरमैन साहब ने कहा कुछ दिन पहला अरदास में हुक्म होया सी कि आप जी नाल अरदास बारे कुछ लफ्ज़ साझे करा। ठीक है, उस वक्त जिन्नी कि मेरी समझ सी मैं उस हिसाब नाल आप जी नाल थोड़े बहुत विचार रखे सी। अज उस श्रृंखला में लैके अगे चलते हाँ। अरदास हर एक गुरसिख के परिवार दे विच, हर एक गुरुद्वारे दे विच दिन दे विच कई बारी होंदी है। और अरदास वर्ड जरा जिस तरह दस्या गया है कि एक पर्शियन तो लिया गया है जिसका नाम है अर्जदाश। एक अर्ज हैगी है जिहदे विच असीं सबमिशन देंदे हां कि सबमिट कर रहे हैं वाहिगुरू नूं, वो अरदास दे विच कवर हुंदा है। अरदास गुरु नानक साहब के वेले शुरू हो गई सी। कोई भी प्रोग्राम करन तो पहला ते अंत विच एंड विच आखिर दे विच ओहदा अरदास करदे सीगे। उस गुरु साहब ने उस वक्त जिहड़ी बाणी रखी सी वो पोथी की फॉर्म दे विच अगे तक चलती रही ते पंजवें पातशाह ने बाकी गुरुओं की बाणी जोड़ के अपना पोथी साहब की पूरी रचना की जिसका प्रकाश गुरु ग्रंथ साहब तो नहीं कह सकते हाले क्योंकि ना 10वें पातशाह ने बाद किया है। सो जो पोथी साहब के प्रकाश जो हरमंदर साहब होया तो भाई बुढ़ा जी उत्थे अरदास करते थे।
और उस तो बाद 9वें पातशाह तक अरदास का सिलसिला इसी तरह चलता रहा। 10वें पातशाह ने ਜਦੋਂ ਵਿਚਿੱਤਰ ਨਾਟਕ ਰਚਿਆ ਉਹਦੇ ਵਿੱਚ ਉਹਨਾਂ ਨੇ ਇੱਕ ਲਿਖਿਆ ਹੈ ਕਿ ਵਾਰ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ, ਤੇ ਉਸ ਤੋਂ ਬਾਅਦ ਲਿਖਿਆ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਉਸ ਅਰਦਾਸ ਦੇ ਵਿੱਚ ਭਗਵਤੀ ਨੂੰ ਪ੍ਰਣਾਮ ਕੀਤਾ ਹੈ, ਉਹਨੂੰ ਧਿਆਇਆ ਹੈ। ਇਸ ਵਿਸ਼ੇ ਬਾਰੇ ਥੋੜ੍ਹਾ ਬਹੁਤ ਮੈਂ ਪਿਛਲੀ ਵਾਰੀ ਦੱਸਿਆ ਸੀ। ਫਰਦਰ ਰਿਸਰਚ ਕਰਨ ਤੋਂ ਬਾਅਦ ਪਤਾ ਲੱਗਾ ਹੈ कि एक भगवती वर्ड जड़ा है डेफिनेटली एक स्ट्रेंथ शो करता है। ये किसी देवी को नहीं संबोधित करता, ना ही उन्होंने किया गया है, ये एक अकाल पुरख को किया गया है। उसका प्रूफ लभण तो पता लगा है कि असी जो अरदास करते हैं उस तो बाद तुम देखा होना आम गुरुद्वारे असी शुरू करते हैं तू ठाकर तुम पे अरदास जियो पिंड सब तेरी रास, तुम मात पिता हम बारक तेरे, तुमरी कृपा में सुख नेरे, कोई न जाने तुमरा अंत ऊंचे ते ऊंचा भगवंत। इत्थे भगवंत वर्ड में तुसी याद रखना, असी फिर इहदे बारे डिस्कस करांगे कि बेटर ऊंचे ते ऊंचा भगवंत। इत्थे सब नाल वड्डा जिहड़ा हैगा उच्चियां तो भी उच्चा एक सुप्रीम वाहिगुरू है जिन्होंने असी भगवंत कहते हैं। गुरु साहब ने क्या है ये सुखमनी साहब की चौथी अष्टपदी 8वां स्टैंजा है, ऊंचे जिथे शुरू होंगे तू ठाकर तुम पे अरदास। सो ये कोई ऐसी चीज़ नहीं जी गुरु गोबिंद सिंह जी ने अपने आप इंट्रोड्यूस की होवे और उस तो पहला ना होवे। ये भगवान का अगे जाके तुसी देखो कि 9वीं अष्टपदी सच्चे पातशाह गुरु अर्जन देव जी ने स्पष्ट किया है। उत्थे उन्होंने लिखा है भगवती भगवंत भगत का रंग। ये 9वें पातशाही के 9वीं अष्टपदी के तीजे स्टैंजा ते है भगवती भगवंत भगत का रंग। भगवंत तो पहला आ चुका है। सो इतों डिफाइन करते गए भगवती की चीज़ है। भगवती जी जो असी शुरू किया अरदास भगवंत मीनस ऊंचे ते ऊंचा, जो सब नाल ऊंचा है, ऊंचे ते ऊंचा भगत कारण। भगत इतने वर्ड जड़ा है ना तुम देखो गगे ते सियारी पई है जिन्हों के भगती किया जाता है, ना कि किसी भगत बंदे का किया है। सो ये परमात्मा की भगती का जड़ा रंग है, सब उच्चे परमात्मा की भगती का रंग है या जी उसकी ताकत है, उन्होंने उन्होंने भगवती कह के सुखमनी साहब एक्सप्लेन किया है। सो ऐसी चीज़ को अगे बढ़ाते हुए असी देखते हैं कि गुरु साहब ने अरदास के अंदर इस भगवती को संबोधित करके या उन्होंने याद करके वो लिखा श्री भगवती जी होए सहाय। कि ऐसी भगवती जी है जी कि एक नॉलेज है, एक पावर है, एक स्पिरिट है, उसनों उन्होंने अपना प्रणाम किया है। उस तो बाद 10वें पातशाह तो बाद भाई मनी सिंह जी ने 1920 के आस पास इस अरदास को पूरा किया। एंड में असी 2 जड़ियाँ लाइनां जोड़ते हैं जो लिखते हैं तेग बहादुर सिंह ये करनौन गया वे ताए। इत्थे तक विचित्र नाटक के है। उस तो बाद असी ऐड कर देते हैं 10वें पातशाह श्री गोबिंद सिंह जी महाराज सत्थाई होए सहाय। 10 पातशाहियों की जोत श्री गुरु ग्रंथ साहब जी के पाठ दर्शन की दादा ध्यान करके बोलो जी वाहिगुरू। ये एंड में उन्होंने भाई मनी सिंह जी ने ऐड किया है कि साडी स्टैंडर्ड अरदास बन गई है। जिस तरह पिछली बार किया अरदास 3 कैटेगरीज नाम की वंडियां जांदियां हैं। एक तो सामूहिक अरदास जी असी आम गुरुद्वारों के करते हैं, सच्चे पातशाह के सामने खड़े होकर हाथ जोड़ के, जोड़ा कि एक आदमी भी कर सकता है, एक औरत भी कर सकती है। असी ये अरदास परमात्मा ने सानू हिम्मत दी है जी असी करते हैं। इस अरदास के 3 पार्ट हैं। एक तो जरा असी क्या अप टू 10वें पातशाह सत्थाई होए सहाय। दूसरा पार्ट वो अज के दिन के वास्ते ज़्यादा ही महत्व रखता है। सैकेंड पार्ट के असी जिहड़े बंदे साडे शहीद होए हैं, जिन्होंने अपन जाना दित्तियां हैं, वो अरदास विच असी करते हैं। दूसरा असी गुरुद्वारे गुरधामां जिन्होंने असी प्रणाम करते हैं, उन्होंने बारे में लिखा है।
ਅਰਦਾਸ ਦੇ ਵਿੱਚ ਅਸੀਂ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਸੀਸ ਚੁਕਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਹਾਰਿਆ। ਦੇਖੋ ਇੱਥੇ ਵਰਡ ਹੈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਆਓ ਥੋੜ੍ਹਾ ਪਿਛੋਕੜ ਚੱਲ ਕੇ ਗੱਲ ਕਰੀਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ 'ਤੇ ਕਬਜ਼ਾ ਕਰਨਾ ਸੀ, ਸਭ ਤੋਂ ਜ਼ਿਆਦਾ ਉਹਨਾਂ ਨੂੰ ਪੰਜਾਬ ਤੋਂ ਡਰ ਸੀ। ਅਤੇ ਉਹਨਾਂ ਨੇ ਜਦ ਪੰਜਾਬ 'ਤੇ ਕਬਜ਼ਾ ਕੀਤਾ, ਉਹਨਾਂ ਨੇ ਕਿਹਾ ਵੀ ਸਭ ਨਾਲੋਂ ਜ਼ਰੂਰੀ ਕੰਮ ਇਹ ਹੈ ਕਿ ਵੀ ਇਹ ਸਿੱਖਾਂ ਦਾ ਜਿਹੜਾ ਗੁਰਦੁਆਰੇ ਜਾਣਾ ਆਉਣਾ ਹੈਗਾ ਨਾ, ਇਹਦੇ 'ਤੇ ਥੋੜ੍ਹਾ ਕੰਟਰੋਲ ਕਰ ਲਓ, ਕਿਉਂਕਿ ਬੜੀ ਜਲਦੀ ਆਰਗੇਨਾਈਜ਼ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਜਿੱਤਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਬਾਅਦ ਵਿੱਚ। ਸੋ ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਲੈ ਕੇ ਆਪਣੇ ਆਪ ਮਹੰਤਾਂ ਨੂੰ ਦੇਣਾ ਸ਼ੁਰੂ ਕੀਤਾ। ਸੋ ਇਹ ਸਟਾਰਟ ਹੋਇਆ 1875-80 ਦੇ ਆਸ-ਪਾਸ। ਉਸ ਵਕਤ ਬਹੁਤ ਸਾਰੇ ਮਹੰਤਾਂ ਨੇ ਮਤਲਬ ਗੁਰਦੁਆਰਿਆਂ 'ਤੇ ਕਬਜ਼ੇ ਕਰ ਲਏ ਔਰ ਆਪਣੇ ਤਰੀਕੇ ਨਾਲ ਚੱਲਣ ਲੱਗ ਗਏ। ਇਹ ਮਹੰਤ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਦੇ ਲੇਨ ਦੇ ਵਿੱਚੋਂ ਚੱਲਦੇ ਆ ਰਹੇ ਨੇ, ਕਿਉਂਕਿ ਉਹ ਦੂਜੇ ਪਾਸੇ ਚਲੇ ਗਏ ਸੀ। ਇਹ ਉਹਨਾਂ ਨੂੰ ਬਾਬਾ ਸ੍ਰੀ ਚੰਦ ਜੀ ਦਾ ਆਪਣਾ ਗੁਰੂ ਮੰਨ ਕੇ ਅਤੇ ਉਸ ਹਿਸਾਬ ਨਾਲ ਇਹਨਾਂ ਨੇ ਜਿਹੜੀ ਸਾਡੀ ਗੁਰਮਤ ਸੀ ਉਹਨੂੰ ਵੀ ਚੇਂਜ ਕਰਨਾ ਸ਼ੁਰੂ ਕੀਤਾ। ਸਿੱਖਾਂ ਨੇ ਬਿਲਕੁਲ ਪ੍ਰਵਾਨ ਨਹੀਂ ਹੋਏ, ਉਹਨਾਂ ਨੇ ਮੋਰਚੇ ਲਗਾਏ। ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਨਨਕਾਣਾ ਸਾਹਿਬ, ਬਾਕੀ ਹੋਰ ਜਗ੍ਹਾ 'ਤੇ ਸ਼ਹੀਦੀਆਂ ਦੇ ਕੇ ਉਹਨਾਂ ਨੂੰ ਆਜ਼ਾਦ ਕਰਵਾਇਆ। ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਦੇ ਲਾਗੇ ਹੈ, ਉੱਥੇ ਮਹੰਤਾਂ ਨੇ ਕਬਜ਼ਾ ਕੀਤਾ ਹੋਇਆ ਸੀ। ਉਹਨਾਂ ਦਾ ਇੱਕ ਮਹੰਤ ਜਿਹੜਾ ਲੀਡਰ ਸੀਗਾ, ਉਹਦਾ ਨਾਮ ਸੀ ਸੁੰਦਰਦਾਸ। ਉਹ ਬਹੁਤ ਹੀ ਚਲਾਕ ਨਿਯਤ ਦਾ ਸੀਗਾ। ਉਹਨੇ ਫੈਸਲਾ ਕਰ ਲਿਆ, ਠੀਕ ਹੈ ਜੀ, ਮੈਂ ਤੁਹਾਨੂੰ ਗੁਰਦੁਆਰੇ ਦੇ ਕਰਨ ਦਿਆਂਗਾ, ਪਰ ਕਬਜ਼ਾ ਜਿਹੜਾ ਨਾ ਅਲਟੀਮੇਟਲੀ ਮੇਰਾ ਰਹੇਗਾ। ਤੁਸੀਂ ਆਪਣੇ ਤਰੀਕੇ ਨਾਲ ਜੋ ਵੀ ਤੁਸੀਂ ਅਰਦਾਸਾਂ ਕਰਦੀਆਂ ਨੇ ਆ ਕੇ ਕਰ ਲਿਆ ਕਰੋ। ਲੇਕਿਨ ਉਹਦੀ ਨੀਅਤ ਠੀਕ ਨਹੀਂ ਸੀ। ਉਹਨੇ ਇਹ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਆਹਿਸਤਾ ਆਹਿਸਤਾ ਆਉਣਾ ਬੰਦ ਕਰ ਦਿਓ। ਇੱਕ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਹੀ ਲੰਗਰ ਦੀ ਪ੍ਰਥਾ ਸ਼ੁਰੂ ਹੋ ਗਈ ਸੀ। ਸਿੱਖ ਜਾਂਦੇ ਸੀਗੇ ਉੱਥੇ ਬਾਗ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆ ਕੇ ਲੰਗਰ ਬਣਾਉਂਦੇ। ਇਹ ਮਹੰਤ ਸੁੰਦਰਦਾਸ ਨੇ ਰਿਪੋਰਟ ਕੀਤੀ ਕਿ ਵੀ ਇਹ ਦੇਖੋ, ਇਹਨਾਂ ਨੂੰ ਕਿਹਾ ਸੀ ਵੀ ਕਬਜ਼ਾ ਮੇਰਾ ਰਹੇਗਾ, ਮੇਰੇ 'ਤੇ ਪੁੱਛੇ ਬਿਨਾਂ ਆ ਜਾਂਦੇ ਹਨ, ਲੱਕੜੀਆਂ ਕੱਟ ਕੇ ਲੈ ਜਾਂਦੇ ਹਨ ਅਤੇ ਨੁਕਸਾਨ ਕਰਦੇ ਹਨ। ਅਤੇ ਅੰਗਰੇਜ਼ਾਂ ਨੇ ਉਹਦਾ ਸਾਥ ਦਿੱਤਾ ਅਤੇ ਬੈਨ ਕਰਤਾ ਕਿ ਬਈ ਇਹ ਆ ਕੇ ਲੱਕੜ ਨਹੀਂ ਕੱਟਿਆ ਕਰਨਗੇ ਲੰਗਰ ਦੇ ਵਾਸਤੇ। ਸਿੱਖਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹਨਾਂ ਨੇ 5-5 ਬੰਦੇ ਭੇਜਣੇ ਸ਼ੁਰੂ ਕੀਤੇ ਕਿ ਜਾਓ ਤੁਸੀਂ ਲੱਕੜੀਆਂ ਕੱਟ ਕੇ ਲਿਆ ਕੇ ਗੁਰੂ ਘਰ ਦੇ ਉੱਤੇ ਤੁਸੀਂ ਲੰਗਰ ਦੀ ਪ੍ਰਥਾ ਚੱਲਦੀ ਹੈ। ਲੇਕਿਨ ਫਿਰ ਵੀ ਉਹ ਕਾਬੂ ਨਹੀਂ ਆਏ। ਉਹਨਾਂ ਦਾ ਲੀਡਰ ਸੀਗਾ ਕਰਨਲ ਬੈਟੀ। ਉਹਨੇ ਕਿਹਾ ਜੀ ਕਿ ਜਦ ਵੀ ਆਉਣ ਇਹਨਾਂ ਨੂੰ ਫੜ ਲਓ ਅਤੇ ਇਹਨਾਂ ਨੂੰ ਮਾਰੋ ਕੁੱਟੋ ਤਾਂ ਕਿ ਆਉਣਾ ਬੰਦ ਕਰ ਦੇਣ। ਉਹਦਾ ਅਸਰ ਇਹ ਹੋਇਆ ਕਿ ਬਜਾਏ 5-5 ਬੰਦੇ ਲੱਕੜਾਂ ਲੈਣ ਦੇ, ਉਹ 50-50 ਜਾਣ ਲੱਗ ਗਏ, ਬਾਅਦ 100-100 ਜਾਣ ਲੱਗੇ। ਪਤਾ ਲੱਗਾ ਸਾਰੇ ਜੇਲ੍ਹ ਉਹਨਾਂ ਨੇ ਭਰ ਦਿੱਤੇ। ਜਦੋਂ ਜੇਲ੍ਹ ਭਰ ਗਏ ਤਾਂ ਉਹਨਾਂ ਨੇ ਕਿਹਾ ਵੀ ਹੁਣ ਕੀ ਕਰੀਏ। ਕਹਿੰਦੇ ਵੀ ਇਹਨਾਂ ਨੂੰ ਇੱਥੋਂ ਕੱਢ ਕੇ ਨਾ ਅਟਕ ਦੇ ਜੇਲ੍ਹ ਖਾਨੇ ਵਿੱਚ ਲੈ ਜਾਓ ਅਤੇ ਸਪੈਸ਼ਲ ਗੱਡੀ ਦਾ ਇੰਤਜ਼ਾਮ ਕੀਤਾ ਗਿਆ। ਇਹ ਜੇਲ੍ਹ ਸਿੱਖ ਭੁੱਖੇ ਪਾਣੇ ਸੀਗੇ, ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ। ਅਤੇ ਉਸ ਤੋਂ ਬਾਅਦ ਐਂਡ ਵਿੱਚ ਉਹਨਾਂ ਨੂੰ ਜਦੋਂ ਲੈ ਕੇ ਜਾਣ ਲੱਗੇ, ਉਸ ਵਕਤ ਕਾਫੀਆਂ ਦੀ ਹਾਲਤ ਠੀਕ ਨਹੀਂ ਸੀ, ਕਾਫੀ ਭੁੱਖੇ ਸੀਗੇ। ਜਦੋਂ ਉਹਨਾਂ ਨੂੰ ਸਿੰਘਾਂ ਨੂੰ ਪਤਾ ਲੱਗਾ ਪੰਜਾਬ ਸਾਹਿਬ ਦੇ ਕੋਲ ਕਿ ਬਈ ਇਹ ਗੱਡੀ ਇੱਥੋਂ ਲੰਘ ਕੇ ਜਾਣੀ ਹੈ, ਉਹਨਾਂ ਨੇ ਸਟੇਸ਼ਨ ਮਾਸਟਰ ਨੂੰ ਰਿਕੁਐਸਟ ਕੀਤੀ, ਭਾਈ ਇਹ ਸਾਨੂੰ ਉਹਨਾਂ ਨੂੰ ਘੱਟੋ ਘੱਟ ਲੰਗਰ 'ਤੇ ਛਕਾ ਦਈਏ। ਉਹਨਾਂ ਨੇ ਕਿਹਾ ਇਹ ਗੱਲ ਨਹੀਂ ਹੋਣੀ ਹੈਗੀ, ਮੈਨੂੰ ਉੱਥੋਂ ਆਰਡਰ ਆਏ ਹਨ ਕਿ ਇਹ ਗੱਡੀ ਬਿਲਕੁਲ ਨਹੀਂ ਰੁਕੇਗੀ। ਉਹ ਹਿੰਦੂ ਵੀਰ ਸੀਗਾ, ਉਹਨੇ ਫਿਰ ਵੀ ਦੱਸ ਦਿੱਤਾ ਕਿ ਕਿੰਨੇ ਵਜੇ ਗੱਡੀ ਇੱਥੇ ਆਏਗੀ ਅਤੇ ਹੋਏਗਾ, ਪਰ ਉਹਨੇ ਕਿਹਾ ਮੈਨੂੰ ਸਖਤ ਆਰਡਰ ਹੈ, ਮੈਂ ਨਹੀਂ ਰੁਕਾਂਗਾ। ਉਸ ਵਕਤ 2 ਸਿੰਘ, ਇੱਕ ਦਾ ਨਾਮ ਭਾਈ ਪ੍ਰਤਾਪ ਸਿੰਘ ਅਤੇ ਦੂਜੇ ਦਾ ਨਾਮ ਭਾਈ ਕਰਮ ਸਿੰਘ ਸੀ। ਦੋਨੋਂ ਚਚੇਰੇ ਭਰਾ ਸੀਗੇ। ਇੱਕ ਦੀ ਉਮਰ 25 ਸਾਲ ਸੀ ਅਤੇ ਦੂਜੇ ਦੀ 29 ਸਾਲ ਸੀ। ਜਿਹੜਾ ਭਾਈ ਪ੍ਰਤਾਪ ਸਿੰਘ ਜੀ ਸੀ, ਉਹ ਗੁਰਦੁਆਰਾ ਕਮੇਟੀ ਦੇ ਕੁਝ ਪ੍ਰਬੰਧਕਾਂ ਵਿੱਚੋਂ ਹੀ ਸੀ। ਉਹਨਾਂ ਨੇ ਕਿਹਾ ਭਾਈ ਜੇ ਅਸੀਂ ਗੁਰੂ ਦੀ ਲੰਗਰ ਨਹੀਂ ਆਪਣੇ ਸਾਥੀਆਂ ਨੂੰ ਛਕਾ ਸਕਦੇ, ਜਿਹੜੇ ਕਿ ਕੁਰਬਾਨੀਆਂ ਕਰ ਰਹੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਡੰਡੇ ਖਾ ਰਹੇ ਨੇ, ਜੇਲ੍ਹਾਂ ਦੇ ਭਰੇ ਜਾ ਰਹੇ ਨੇ, ਐਟਲੀਸਟ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਨੂੰ ਲੰਗਰ ਛਕਾਈਏ। ਉਹਨਾਂ ਨੇ ਇਹ ਕੀਤਾ ਕਿ ਲੰਗਰ ਤਿਆਰ ਕੀਤਾ
ਤੇ ਪੰਜਾ ਸਾਹਿਬ ਦੇ ਕੋਲ ਹਸਨ ਅਬਦਾਲ ਗੁਰਦੁਆਰੇ ਦਾ ਸਟੇਸ਼ਨ ਹੈ, ਉੱਥੇ ਲੈ ਕੇ ਆ ਗਏ ਤੇ ਬੇਨਤੀ ਕੀਤੀ, ਭਾਈ ਤੁਸੀਂ ਇਹਨੂੰ ਸਾਨੂੰ ਲੰਗਰ ਛਕਾ ਲੈਣ ਦਿਓ, ਗੱਡੀ ਨੂੰ ਰੋਕ ਲਓ। ਉਹਨੇ ਕਿਹਾ ਜੀ ਗੱਡੀ ਤੇ ਨਹੀਂ ਰੁਕੇਗੀ, ਇਹ ਤੇ ਮੇਰੇ ਸਖਤ ਆਰਡਰ ਹਨ ਤੇ ਇਹਦਾ ਸਿਗਨਲ ਆਉਣ ਦੇਗਾ। ਕੀ ਹੋਇਆ ਕਿ ਜਦੋਂ ਟ੍ਰੇਨ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਦੋਨੋਂ ਭਰਾਵਾਂ ਨੇ ਆਪਸ ਗੱਲ ਕੀਤੀ। ਕਹਿੰਦਾ ਵੀਰਾ ਕੀ ਕਰੀਏ ਹੁਣ, ਇਹ ਤੇ ਗੱਡੀ ਨਹੀਂ ਰੁਕਣੀ। ਕਹਿੰਦੇ ਗੱਲ ਸੁਣ, ਤੂੰ ਅਰਦਾਸ ਕੀਤੀ ਸੀ ਨਾ ਕੱਲ੍ਹ ਕਿ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰਨਾ, ਸਾਡੀ ਅਰਦਾਸ ਕਬੂਲ ਕਰਨਾ ਤਾਂ ਕਿ ਅਸੀਂ ਆਪਣੇ ਭੁੱਖੇ ਭਾਣੇ ਵੀਰਾਂ ਨੂੰ ਲੰਗਰ ਛਕਾ ਸਕੀਏ, ਤੇ ਹੁਣ ਤੂੰ ਦੌੜ ਜਾਏਗਾ ਇਸ ਅਰਦਾਸ ਤੋਂ। ਕਹਿੰਦੇ ਨਹੀਂ ਮੈਂ ਨਹੀਂ ਦੌੜਿਆ ਸੀ, ਪੁੱਛਿਆ ਸੀ ਕੀ ਕਰੀਏ ਕਰਨਾ ਚਾਹੀਦਾ। ਉਹ ਕਹਿੰਦੇ ਨੇ ਗੱਡੀ ਨੂੰ ਅਸੀਂ ਰੋਕਾਂਗੇ ਜੇ ਇੰਨੀ ਵੱਡੀ ਚਟਾਨ ਹਸਨ ਦਾ ਜਿਹੜੇ ਸਾਡੇ ਗੁਰਦੁਆਰੇ ਦੀ ਸੰਗਤ ਰੀਸੈਂਟਲੀ ਗਈ ਸੀ ਪਾਕਿਸਤਾਨ, ਦੇਖਿਆ ਹੋਣਾ ਬੜੀ ਵੱਡੀ ਚਟਾਨ ਜਿਹੜੀ ਗੁਰੂ ਸਾਹਿਬ ਨੇ ਆਪ ਦੇ ਕੇ ਰੋਕ ਲਈ ਸੀ। ਕਹਿੰਦੇ ਇੰਨੀ ਵੱਡੀ ਚਟਾਨ ਰੋਕ ਲਈ ਸੀ ਤੇ ਇੱਕ ਇੰਜਨ ਹੀ ਆਪਾਂ ਰੋਕ ਕੇ ਲਾਵਾਂਗੇ। ਸੋ ਹੋਇਆ ਕੀ ਕਿ ਜਦੋਂ ਟ੍ਰੇਨ ਆਉਣ ਲੱਗੀ ਬਹੁਤ ਜ਼ੋਰ ਦੀਆਂ ਉੱਥੇ ਕੀ ਨਾ ਹੋਏ ਉਹਨਾਂ ਦੇ ਸਿਗਨਲ ਦੇ ਕੋਲ ਸੀਟੀਆਂ ਮਾਰੀਆਂ ਕਿ ਤੁਸੀਂ ਹਟ ਜਾਓ, ਲੇਕਿਨ ਸਿੰਘ ਹਟੇ ਨਹੀਂ। ਹੋਇਆ ਕਿ ਉਹ ਟ੍ਰੇਨ ਦਾ ਇੰਜਨ ਬੰਦਿਆਂ ਦੇ ਉੱਤੋਂ ਨਿਕਲ ਗਿਆ। ਭਾਈ ਕਰਮ ਸਿੰਘ ਜੀ ਥੋੜ੍ਹੀ ਦੇਰ ਬਾਅਦ ਇੱਥੇ ਸ਼ਹਾਦਤ ਪਾ ਗਏ। ਤਾਂ ਸਾਰੀਆਂ ਸੰਗਤਾਂ 350 ਦੇ ਕਰੀਬ ਸੀਗੀਆਂ ਜਿਹੜੀਆਂ ਉੱਥੇ ਨੇੜੇ ਪਹੁੰਚੀਆਂ ਭਾਈ ਸਾਹਿਬ ਦੇ ਕੋਲ, ਪ੍ਰਤਾਪ ਸਿੰਘ ਜੀ ਕੋਲ। ਕਹਿੰਦੇ ਤੁਹਾਨੂੰ ਬਹੁਤ ਸੱਟ ਲੱਗੀ ਹੈ, ਤੁਹਾਨੂੰ ਲੈ ਚੱਲੀਏ। ਕਹਿੰਦੇ ਪਰੇ ਹਟ ਜਾਓ, ਮੇਰਾ ਸਿਰ ਕੱਟਿਆ ਰਹਿਣ ਦਿਓ, ਲੇਕਿਨ ਇਹ ਯਾਦ ਰੱਖਣਾ ਸਾਡੀ ਅਰਦਾਸ ਹੈਗੀ ਸੀ ਕਿ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ। ਸੋ ਇਹ ਗੱਲ ਉਹਨਾਂ ਨੇ ਸਾਰੇ ਸਿੰਘਾਂ ਨੂੰ ਡੱਕੀ। ਟ੍ਰੇਨ ਉੱਥੇ ਰੁਕੀ ਕਿਉਂਕਿ ਉਹ ਜਿਹੜਾ ਡਰਾਈਵਰ ਸੀ ਉਹਨੂੰ ਆਰਡਰ ਸੀ ਕਿ ਜਦ ਵੀ ਕੋਈ ਐਸੀ ਗੱਲ ਹੋਵੇ, ਬੰਦਾ ਹੋਵੇ, ਇਟ ਹੈਜ਼ ਟੂ ਬੀ ਸਟਾਪ। ਤੇ ਦੂਸਰਾ ਉਹਨਾਂ ਦੀ ਬਾਡੀਆਂ ਨਾਲ ਜਿਸ ਤਰ੍ਹਾਂ ਕਹਿੰਦੇ ਨੇ ਇੰਜਨ ਦੇ ਪਹੀਏ ਦੇ ਅੰਦਰ ਹੀ ਆ ਕੇ ਜਿਸ ਤਰ੍ਹਾਂ ਉਹ ਇੰਜਨ ਨੂੰ ਰੋਕ ਰਹੀਆਂ ਸੀਗੀਆਂ। ਸੋ ਸੰਗਤਾਂ ਨੇ ਜਾ ਕੇ ਸਾਰਿਆਂ ਨੂੰ ਲੰਗਰ ਛਕਾਇਆ। ਉਸ ਤੋਂ ਬਾਅਦ ਅਰਦਾਸ ਕੀਤੀ, ਪਰਮਾਤਮਾ ਸ਼ੁਕਰ ਹੈ ਕਿ ਤੁਸੀਂ ਸਾਨੂੰ ਆਪਣਾ ਵਚਨ ਪੂਰਾ ਕਰਨ ਦਾ ਮੌਕਾ ਦਿੱਤਾ ਹੈਗਾ। ਔਰ ਉਹਨਾਂ ਨੇ ਸਾਰੇ ਲੰਗਰ ਛਕਾਉਣ ਤੋਂ ਬਾਅਦ ਟ੍ਰੇਨ ਨੂੰ ਜਾਣ ਦਿੱਤਾ। ਉਸ ਤੋਂ ਬਾਅਦ ਜਿਹੜਾ ਟ੍ਰੇਨ ਡਰਾਈਵਰ ਸੀ ਉਹਦੇ ਉੱਤੇ ਮੁਕੱਦਮਾ ਚੱਲਿਆ ਪਏ ਇਹਨੇ ਟ੍ਰੇਨ ਰੋਕ ਲਈ ਹੈ। ਉਹਦਾ ਬਿਆਨ ਜਿਹੜਾ ਨਾ ਉਹ ਇੱਕ ਇਤਿਹਾਸਿਕ ਚੀਜ਼ ਬਣ ਗਈ ਹੈਗੀ ਹੈ। ਉਹਨੇ ਬਿਆਨ ਦਿੱਤਾ ਕੋਰਟ ਦੇ ਵਿੱਚ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਹੁਕਮ ਦਿੱਤਾ ਸੀ ਮੈਂ ਉਸੇ ਤਰੀਕੇ ਨਾਲ ਗੱਡੀ ਫੁੱਲ ਸਪੀਡ 'ਤੇ ਚਲਾ ਰਿਹਾ ਸੀ, ਲੇਕਿਨ ਜਦੋਂ ਪਹਿਲਾ ਬੰਦਾ ਕੱਟਿਆ ਗਿਆ ਇੱਕਦਮ ਹੀ ਮੈਨੂੰ ਇੰਝ ਲੱਗਾ ਕਿ ਇੰਜਨ ਜਿਹੜਾ ਨਾ ਇੱਕ ਵੱਡੀ ਰੌਕ ਦੇ ਉੱਤੇ ਜਾ ਕੇ ਹਿੱਟ ਕੀਤਾ ਹੈ ਔਰ ਉਹ ਜੈਮ ਹੋ ਕੇ ਰੁਕ ਗਿਆ। ਮੈਂ ਥੱਲੇ ਗਿਰ ਗਿਆ ਔਰ ਮੇਰੇ ਹੱਥ ਵਿੱਚ ਜਿਹੜਾ ਐਕਸਲਰੇਟਰ ਸੀ ਉਹਨੂੰ ਸਪੀਡ ਚਲਾਉਣ ਵਾਲਾ ਉਹ ਹੱਥ ਗਿਆ ਔਰ ਟ੍ਰੇਨ ਇੱਕਦਮ ਹੀ ਜਿਸ ਤਰ੍ਹਾਂ ਕਹਿੰਦੇ ਨੇ ਰੁਕ ਗਈ ਹੈਗੀ ਹੈ। ਇਹ ਕੋਤਕ ਜਿਹਦੇ ਕੀ ਸੀ, ਇੱਕ ਅਰਦਾਸ ਪ੍ਰਵਾਨ ਹੋਈ ਸੀ ਸਿੰਘ ਦੀ ਕਿ ਹਾਂ ਮੈਂ ਲੰਗਰ ਛਕਾਣਾ, ਵਰਨਾ ਉਹ ਟ੍ਰੇਨ ਸਿੱਧੀ ਵੀ ਅੱਗੇ ਜਾ ਕੇ ਰੁਕ ਸਕਦੀ ਸੀ ਜਾਂ ਨਾ ਉੱਥੇ ਰੁਕਦੇ। ਸੋ ਇਹ ਅਰਦਾਸ ਬੜੀ ਪਾਵਰਫੁਲ ਹੈ। ਬਾਅਦ ਜੇ ਕਰਨ ਵਾਲੇ ਜਿਹੜੇ ਸੀਗੇ ਭਾਈ ਪ੍ਰਤਾਪ ਸਿੰਘ ਜੀ, ਉਹਨਾਂ ਦਾ ਅਗਲੇ ਦਿਨ ਸਵੇਰੇ ਪਰਮਾਤਮਾ ਦੇ ਕੋਲ ਪਹੁੰਚ ਕੇ ਅਰਦਾਸ ਕਰਕੇ ਤੇ ਇਸ ਤਰ੍ਹਾਂ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਬਚਾਈਆਂ। ਮੈਂ ਘੜੀ ਦੀ ਸੂਈ ਦੇਖ ਰਿਹਾ, ਥੋੜਾ ਫਾਸਟ ਹੀ ਚੱਲ ਰਹੀ ਹੈ। ਇਹ ਗੱਲ ਹੋਈ ਸੀ ਕਿ 1922 ਦੇ ਵਿੱਚ 30 ਅਕਤੂਬਰ ਨੂੰ। ਉਸ ਤੋਂ ਬਾਅਦ ਕੱਲ੍ਹ ਦੇ ਦਿਹਾੜੇ 31 ਨੂੰ ਜੋ ਵੀ ਹੋਇਆ ਹੈਗਾ ਦਿੱਲੀ ਦੇ ਵਿੱਚ, ਇੰਡੀਆ ਦੇ ਵਿੱਚ 1984 ਤੋਂ ਇਹ ਆਪ ਸਾਰੇ ਜਾਣੇ ਜਾਣ ਹੋ। ਉੱਥੇ ਵੀ ਕੀ ਹੋਇਆ ਸੀ ਕਿ ਇੱਕ ਬਦਲਾ ਲਿਆ ਗਿਆ। ਬਦਲਾ ਨਹੀਂ ਕਹਿਣਾ ਚਾਹੀਦਾ ਕਿ ਇੱਕ ਸੈਟਅਪ ਕੀਤਾ ਗਿਆ ਸੀ ਕਿ ਸਾਡੇ ਗੁਰਦੁਆਵਾਂ ਦੀ ਸਾਨੂੰ ਕਿੰਨੀ ਇੱਜ਼ਤ ਹੈਗੀ ਹੈ। ਉਸ ਦੇ ਪਿੱਛੇ ਆਪ ਜੀ ਜਾਣੀ ਜਾਣ ਹੋ ਕਿ ਇੰਦਰਾ ਗਾਂਧੀ ਦਾ ਮਰਡਰ ਹੋਇਆ। ਜੋ ਉਸ ਤੋਂ ਬਾਅਦ ਹੋਇਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਸਭ ਜਦੋਂ ਅਸੀਂ ਗੱਲਾਂ ਕਰਦੇ ਹਾਂ ਕਿ ਮੀਆਂ ਮੰਨੂ ਦੇ ਵੇਲੇ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਬੱਚਿਆਂ ਨੂੰ ਮਾਰਦੇ ਸੀ, ਕਰਦੇ ਸੀਗੇ, ਇਹ ਚੀਜ਼ਾਂ ਫਿਰ ਵਾਪਰੀਆਂ ਹੈਗੀਆਂ 1984 ਦੇ ਵਿੱਚ। ਸਿੱਖ ਕੋਲੀਸ਼ਨ ਨੇ ਬਹੁਤ ਸੋਹਣੀਆਂ ਵੀਡੀਓਜ਼ ਜਿਹੜੀਆਂ ਨੇ, ਰੀਅਲ ਵੀਡੀਓਜ਼ ਉਸ ਵੇਲੇ ਦੀਆਂ, ਨਾ ਕਿ ਉਹਨਾਂ ਨੇ ਆਪੇ ਤਿਆਰ ਕੀਤੀਆਂ, ਜਿਹੜੀਆਂ ਉਹਨਾਂ ਨੇ ਇੰਟਰਵਿਊ ਲੈ ਕੇ ਕੀਤੀਆਂ, ਇਹ ਅਵੇਲੇਬਲ ਹਨ। ਮੈਂ ਬੇਨਤੀ ਕਰਦਾ ਉਹ ਬੜੀਆਂ ਦਰਦਨਾਕ ਹਨ, ਜਿਹੜੇ ਤੁਸੀਂ ਦੇਖ ਸਕਦੇ ਹੋ। ਸਿੱਖ ਕੋਲੀਸ਼ਨ ਦੀ ਸਾਈਟ 'ਤੇ ਜਾ ਕੇ ਦੇਖਣਾ ਕਿ ਉਹਨਾਂ ਦੇ ਬਿਆਨ ਕੀ ਹਨ ਅਤੇ ਕਿਸ ਤਰ੍ਹਾਂ ਹਨ। ਸੋ ਆਓ ਸਮੇਂ ਨੂੰ ਧਿਆਨ ਰੱਖਦੇ ਹੋਏ
ਉਹਨਾਂ ਵੀਰਾਂ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਅੱਜ ਪ੍ਰਣਾਮ ਕਰੀਏ ਤੇ ਵਾਹਿਗੁਰੂ ਨੂੰ ਦੇ ਅੱਗੇ ਅਰਦਾਸ ਕਰੀਏ ਸਾਨੂੰ ਸਮਤ ਬਖਸ਼ੇ ਤਾਂ ਕਿ ਅਸੀਂ ਅਰਦਾਸਾਂ ਕਰਕੇ ਆਪਣੇ ਮਨੋਰਥ ਪੂਰੇ ਕਰ ਸਕੀਏ ਤੇ ਸਿੱਖੀ ਫਲਦੀ ਫੁੱਲਦੀ ਰਹੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਅਰਧਿਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਹੋਇਆ ਸਹਿਜ ਸਿੱਧੀ। ਕਾਜ ਤਨ ਪਰਵਾਰ ਕਰਿਆ ਸ਼ਬਦਾਂ ਵਡਿਆਈਆਂ, ਅਰਦਾਸ ਏਕ ਓੰਕਾਰ
सहाय। वार श्री भगवती जी की पातशाही 10वीं। प्रथम भगवती सिमर कै गुरु नानक लई ध्याए। संगत गुर ते अमरदास रामदास होई सहाय। अर्जुन हर गोबिंद नो सिमरो श्री हर राय। श्री हर कृष्ण ध्याईऐ जिस डिठे शब्द पुजाए। तेग बहादुर सिमरै घर नून दियावे धाए। सब थाई होए सहाय। 10वां पातशाह गुरु गोबिंद सिंह जी सब थाई होए सहाय। 10 पातशाहियां दी जोत साहिब श्री गुरु ग्रंथ साहिब जी दे पाठ दर्शन दीदार दा ध्यान के खालसा जी साहब बोलो जी। पंजा प्यारियां चौहां साहिबजादियां 40 मुक्तियां हठियां जपियां तपियां। जिन्हां नाम जपिया वंड छकिया देख चलाई। तेग वहाई देख के आंडिठ कीता। तिन्हां प्यारियां सत्यारियां दी पवित्र कमाई दा ध्यान के खालसा जी साहब बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए। खोपड़ियां लुहाइयां चरखड़ियां ते चढ़े। आर्या ना चराए गए। गुरुद्वारियां दी सेवा लई कुर्बानियां कीतियां। धर्म नहीं हारिया सिੱਖੀ सदके सा ਸਵਾਸਾਂ ना निभाई। तिन्हां दी पवित्र कमाई दा ध्यान करके खालसा जी साहब बोलो जी। पंजा तख्तां सरबत गुरुद्वारियां दा ध्यान करके खालसा जी साहब बोलो जी। प्रथमे सरबत खालसा जी की अरदास। सरबत खालसा जी को वाहिगुरु वाहिगुरु वाहिगुरु। चित आवे चित आवल का सदका सर्व सुख होवे। जहाँ जहाँ खालसा जी साहिब तहाँ तहाँ रक्षा रियाज। देग तेग फतेह बिरद की पैज पंथ की जीत। श्री साहिब जी सहाय खालसा जी के बोल वाले बोलो जी। वाहिगुरु। सिखा नूं सिक्खी दान केस दान रहत दान विवेक दान विसाह दान भरोसा दान दाना सिर दान नाम दान। श्री अमृतसर जी के दर्शन स्नान चौकियां झंडे बुंगे जुगो जुगा टल। धर्म का जयकार खालसा जी के बोल वाले बोलो जी। सिखा दा मन नीवा मत उच्ची मत पाते रखे का सुख वाहिगुरु। अपने पंथ दे सदा सहाई दातार पातशाह जीओ। श्री ननकाना साहब ते होर गुरुद्वारियां गुरु धाम माते जिन्हां तो पंथ नूं विछोड़िया गया है। तिन्हां दे खुले दर्शन दीदार सेवा संभाल दा दान खालसा जी नूं बख्शो। हे निमाणियां दे माण ने ताणियां दे ताण ने ओटियां दी ओट ने आसरियां दे आसरे। धन धन साहिब श्री गुरु ग्रंथ साहिब जीओ। आप जी ने अपार बख्शिश मेहर की। आप जी की कृपा हुई। आप जी दियां समूह संगतां पासों आप जी की हजूरी अंदर सुंदर दीवान सजे। सजे हुए दीवाना दे अंदर श्री आसा दीवार दे शब्द कीर्तन आनंद साहब जी की अरदास गुरमत विचारा हुई ने। बाणी पढ़दियां विचार करदियां बाणी सरवण करदियां अनेकां ही प्रकार दियां भुलां हो गईयां होणगीयां। भोल चुक मुआफ करनी अगां वास्ते सुमत बख्शो। पढ़ी सुनी बाणी आप जी के दर ते प्रवान होवे। पढ़ी सुनी बाणी का महत्व समूह संगतां दे हिरदियां विच वसावना। सर्व संगतां दियां हाजरियां अपने दर ते प्रवान करनियां। गुरमत अनुसार सबना दे कारज रास करने। परिवारां विच सुख शांति सिੱਖੀ सदक भरोसा दान नाम दान चढ़ती कला बख्शो। काम क्रोध लोभ मोह हंकार तो बचा के रखना। आप जी दे सेवक परिवार सेठी परिवार वालों परिवार की सुख शांति चढ़ती कला वास्ते अरदास बेनती है। सेवकां दियां शुभ भावनावां संपूर्ण करनियां संसाई होना। आप जी दे सेवक परिवार बलविंदर सिंह पनेश्वर परिवार वालों परिवार की सुख शांति चढ़ती कला वास्ते अरदास बेनती है। गुरमत अनुसार सेवकां दियां शुभ भावनावां संपूर्ण करनियां परिवार की सुख शांति चढ़ती कला बख्शिश करनी। आप जी के सेवक परिवार भाई अमरजीत सिंह जी बीबी रजिंदर कौर रियात समूह परिवार वालों परिवार की सुख शांति सर्व के भले लिए अरदास बेनती है। बिन बोलिया सब कुछ जानदा किसे आगे कीचे अरदास। सेवकां दियां शुभ भावनावां संपूर्ण करनियां अंग संग सहाई होना।
तेरे हुक्म पवै निशान, तो करो साहिब की सेवा, सा सेवा कीती सफल है। जित सतगुर का मन मन्नै, जहाँ सतगुर का मन मन्निया, ता पाप कसमल भन्नै। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਣਾ ਪਾਣੀ ਗੁਰੂ ਕਾ, ਟਹਿਲ ਸੇਵਾ ਅੱਜ ਦੇ ਲੰਗਰ, ਕੜਾ ਪ੍ਰਸ਼ਾਦੀਆਂ ਦੇਗਾਂ ਦੀ ਸੇਵਾ। ਆਪ ਜੀ ਦੇ ਸਿੱਖ ਪਰਿਵਾਰ ਭਾਈ ਜਸਵਿੰਦਰ ਸਿੰਘ ਜੀ, ਬੀਬੀ ਬਲਵਿੰਦਰ ਕੌਰ ਸੈਣੀ, ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਸਰਬਤ ਦੇ ਭਲੇ ਲਈ ਚੜ੍ਹਦੀ ਕਲਾ ਵਾਸਤੇ ਸਿੱਖ ਪਰਿਵਾਰ ਨੇ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਅੱਜ ਦੇ ਲੰਗਰ, ਕੜਾ ਪ੍ਰਸ਼ਾਦੀਆਂ ਦੇਗਾਂ ਦੀ ਸੇਵਾ ਕੀਤੀ ਹੈ। ਸੇਵਕਾਂ ਦੀ ਕੀਤੀ ਹੋਈ ਸੇਵਾ ਸਫਲੇ ਕਰਨੇ ਗੁਰਮਤਿ ਅਨੁਸਾਰ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸਚ ਹੋਵੈ। ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰ ਵਿੱਚ ਸੁਖ ਸ਼ਾਂਤੀ, ਕਾਰੋਬਾਰਾਂ 'ਚ ਵਾਧੇ ਬਖਸ਼ਿਸ਼ ਕਰਨੇ। ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਸੇਵਕ ਪਰਿਵਾਰ ਆਪ ਜੀ ਦੀਆਂ ਸਮੂਹ ਸੰਗਤਾਂ ਪਾਸੋਂ ਕੜਾ ਪ੍ਰਸ਼ਾਦ, ਲੰਗਰ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਕੜਾ ਪ੍ਰਸ਼ਾਦ, ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤੇ। ਪਵਿੱਤਰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਹਾੜੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਕਿਆ ਕਹੀ ਅਕਾਲ ਕੀ, ਤਮੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਕਰਮਿਕ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਵੋਚੈ, ਖੋਲ ਸ਼ਬਦ ਮੈਲੇ। ਰਾਜ ਕਰੇਗਾ ਖਾਲਸਾ, ਬਾਕੀ ਰਹਿ ਨਾ ਕੋਈ। ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋਇ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮਾਂਗੂ, ਕਿਛ ਥਿਰ ਨਾ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਹਾਦੈ ਸ਼ਾਹੋ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਵੇਸਾਹੋ। ਸੋ ਕਹੋ ਟਲ ਗੁਰ ਸੇਵੀਐ, ਐਨ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ, ਨੂਰ ਅਰਸੋਂ ਪੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਰ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲਗੈ ਧਿਆਨ। ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਾਚੇ ਲਗੈ ਧਿਆਨ। ਗੁਰਮੁਖ
सदा निभै चलै तेरे नाल रहाओ। गुरमुख जात पत सच सोए, गुरमुख अंतर सखाई प्रभ होए। गुरमुख जिसनो आप करे सो होए, गुरमुख आप वडाई देवै सोए। गुरमुख शब्द सच करनी सार, गुरमुख नानक परवारै साधार। गुरमुख जिसनो आप करे सो होए, गुरमुख आप वडाई देवै सोए। गुरमुख शब्द सच करनी सार, गुरमुख नानक परवारै साधार। वाहिगुरू जी का खालसा, वाहिगुरू जी की फतेह। सतगुਰਾਂ ਦੀ ਹਜ਼ੂਰੀ ਅੰਦਰ ਜੁੜ ਕੇ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਨੇ ਇਹ ਪਵਿੱਤਰ ਹੁਕਮਨਾਮਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਵਡਹੰਸ ਮਹੱਲਾ ਤੀਜਾ ਦੇ ਅੰਦਰ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਰਾਓ ਦੀ ਪੰਕਤੀ ਅੰਦਰ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖ ਮਨ ਮੇਰੇ ਨਾਮ ਸਮਾਲ। ਐ ਮੇਰੇ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਯਾਦ ਵਿੱਚ ਜੁੜ, ਸਦਾ ਨਿਭੈ ਚੱਲੇ ਤੇਰੇ ਨਾਲ, ਜੋ ਕਿ ਸਦਾ ਹੀ ਸਾਥ ਦੇਣ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਗੁਰਮੁਖ ਸੱਚ ਸੰਜਮ ਤਤ ਗਿਆਨ। ਕਹਿੰਦੇ ਨੇ ਜਿਹੜੀਆਂ ਮਨੁੱਖ ਦੀਆਂ ਇੰਦਰੀਆਂ ਹਨ, ਇਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਪੜ੍ਹ ਕੇ ਹੀ ਮਨੁੱਖ ਜਿਹੜਾ ਇਹਨਾਂ ਤੇ ਕਾਬੂ ਪਾ ਸਕਦਾ ਹੈ। ਗੁਰਮੁਖ ਸੱਚੇ ਲੱਗੇ ਧਿਆਨ। ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚ ਤੇਰੀ ਸਮਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ਾਨੀਆਂ, ਸੱਚ ਤੇਰਾ ਪਸਾਰਾ, ਤੇਰਾ ਰੂਪ ਅਗਮ ਹੈ, ਅਨੂਪ ਤੇਰਾ ਦਰਸਾਰਾ। ਉਸ ਸੱਚ ਦੇ ਨਾਲ ਜੁੜਨ ਵਾਸਤੇ ਹਰ ਇੱਕ ਮਨੁੱਖ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਭਗਤੀ ਕਰਨੀ ਚਾਹੀਦੀ ਹੈ। ਸੋ ਸਤਿਗੁਰੂ ਦਾ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹੱਥ ਪਵਾ ਕੇ ਮਿਲੇ। ਸੋ ਆਈਆਂ ਸੰਗਤਾਂ ਦਾ ਸਭਾ ਵੱਲੋਂ ਬਹੁਤ ਹੀ ਸੇਵਕ ਪਰਿਵਾਰ ਸਰਦਾਰ ਜਸਵਿੰਦਰ ਸਿੰਘ ਜੀ, ਜੋ ਕਿ ਹਮੇਸ਼ਾ ਹੀ ਇੱਥੇ ਇਸ ਗੁਰੂ ਘਰ ਵਿੱਚ ਸੇਵਾ ਕਰਦੇ ਹਨ, ਸੇਵਕ ਪਰਿਵਾਰ ਨੇ ਅੱਜ ਦੇ ਲੰਗਰ ਕੜਾਹ ਪ੍ਰਸ਼ਾਦੀਆਂ ਦੇਗਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਜੀ ਕੀਤੀ ਹੋਈ ਸੇਵਾ ਸਫਲੀਕਰਨ। ਕੜਾਹ ਪ੍ਰਸ਼ਾਦੀਆਂ ਦੇਗਾਂ ਲੈਣ ਤੋਂ ਬਾਅਦ ਆਪ ਜੀ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ। ਸੋ ਅਗਲੇ ਸਮੇਂ ਵਾਸਤੇ ਸਾਡੇ ਸਭਾ ਦੇ ਚੇਅਰਮੈਨ ਭਾਈ ਸੁਰਜੀਤ ਸਿੰਘ ਜੀ ਸਿੱਧੂ ਉਹ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਸੋ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਹਮੇਸ਼ਾ ਦੀ ਤਰ੍ਹਾਂ ਭਾਈ ਸਤਪਾਲ ਸਿੰਘ ਜੀ ਤੇ ਉਹਨਾਂ ਦੇ ਜੱਥੇ ਦਾ, ਜਿਨ੍ਹਾਂ ਨੇ ਕਿ ਸੰਗਤਾਂ ਨੂੰ ਆਸਾ ਜੀ ਦੀ ਵਾਰ, ਸ਼ਬਦ ਕੀਰਤਨ, ਆਨੰਦ ਸਾਹਿਬ ਸਾਰਾ ਕੁਝ ਸਰਵਣ ਕਰਵਾਇਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇਸ ਦੇ ਨਾਲ ਹੀ ਮੈਂ ਸਰਦਾਰ ਰਣਧੀਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਕਿ ਆਪਣੇ ਖਿਆਲ ਬੜੇ ਐਨਾਲਾਈਜ਼ਡ, ਬੜੇ ਵਿਸ਼ਲੇਸ਼ਣ ਕਰਕੇ ਜੋ ਖਿਆਲ ਸੰਗਤਾਂ ਸਾਹਮਣੇ ਰੱਖੇ ਨੇ ਅਰਦਾਸ ਬਾਰੇ। ਸੋ ਅੱਗੇ ਤੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਰਹਾਂਗੇ ਤੇ ਆਸ ਹੈ ਕਿ ਉਹ ਇਸੇ ਤਰ੍ਹਾਂ hoorna subjects, the Sikhi related other subjects, he can help talk on those. And in that respect, actually, I would request others also, anybody from the Sangat, if you want to give a short speech or want to share your views in a like 8 to 10 minute time frame on any Sikhi related subject, please do contact us and we would be more than happy to accommodate you. As Sardar Randhir Singh ji mentioned, that October 31st and then November these days, back in 1984, in the aftermath of when Indira Gandhi was killed, what happened in Delhi and other places in India, that happened during this period, November 1st through November 4th.
So it was, of course, an organized pogrom. It was a sixth genocide in an organized manner. The then government of India was definitely a party of it, and what they did to innocent men, women, and children who were killed. So we, on this day, we remember all those innocent souls. May Vaheguru give solace to their souls. दूसरा साथ संगत जी, जिस तरह कि मैं पहला भी सूचना दी सी कि आते हुए 2-3 हफ्तियां कई गुरपुरब आ रहे हैं, सो उस बारे में थोड़ी सूचना असी ईमेल्स भी भेजांगे और मैं संगतां नाल साझी करनी चाहांगा कि सब तो पहला तो जो बंदी छोड़ दिवस दिवाली वो नवंबर 14 ਨੂੰ है, तो उस दिन शनिचरवार पैंदा है, तो शाम ਨੂੰ 6 ਤੋਂ 8, 8:30 तक असी प्रोग्राम बना रहे हैं। होर सूचना संगतां नूं देवांगे अगले हफ्ते। सो यह प्रोग्राम स्पैशल दीवान होगा, उस दिन शाम ਨੂੰ 6 ਵਜੇ ਰਹਿਰਾਸ ਸਾਹਿਬ ਨਾਲ शुरू होगा, उस तो बाद फिर 8 ਜਾਂ 8:30 तक डिपेंड ऑन हाउ वी डिसाइड भोग पवेगा। तो गुरु तेग बहादुर जी का जिस तरह के मैं हमेशा कहना कि गुरुद्वारा साहब जो मूल नानकशाही कैलेंडर है असी उन्होंने फॉलो करते हाँ, तो गुरु तेग बहादुर जी का शहीदी पुरब वो नवंबर 24 ਨੂੰ है, तो उस दिन मंगलवार है। सो जोड़ा साडा नवंबर 26 का वीरवार का दीवान होगा वो गुरु तेग बहादुर जी की शहीदी ਨੂੰ समर्पित होगा। जो गुरु नानक देव जी का प्रकाश उत्सव है वो नवंबर 30 ਨੂੰ पैंदा है, उस दिन सोमवार है, तो उस दिन स्पैशल दीवान शाम ਨੂੰ लगेगा। गुरु नानक देव जी के प्रकाश उत्सव के संबंध में ही जो अखंड पाठ साहब वो नवंबर 4 शुक्रवार ਨੂੰ सवेरे शुरू होंगे 8 ਵਜੇ के करीब, तो उसका भोग फिर ऐतवार नवंबर 6 ਨੂੰ पवेगा, उस तो बाद फिर दीवान लगेगा। जिस तरह के मैं कहा है पहला भी कि असी इस बारे होर सूचना ईमेल राही तो आते हुए 1-2 हफ्ते में संगतां नाल साझी करांगे। साध संगत जी, इस दे नाल ही अज के दीवान की समाप्ति होंदी है, आस है कि तुसीं वीरवार ਨੂੰ फिर शाम ਨੂੰ साडे नाल वर्चुअल दीवान जो अपना होता है तो उस शामिल होवोगे। वाहिगुरू जी का खालसा, वाहिगुरू जी की फतेह।